आप देख रहे हैं टू द पॉइंट शाद जिंदगी जिंदाबाद। आओ करें जिंदगी की बातें जज्बातों के साथ, अपने ख्याल, क्योंकि हर कोई कुछ कहना चाहता है, कुछ सुनाना चाहता है, इसीलिए वो कहता है कि मुझे भी कुछ कहना है। टू द पॉइंट जिंदगी जिंदाबाद, शो मस्ट गो ऑन। सौण कटावा चढ़ के आया उच्ची पिपली, पींगा पाया झूठा ता दे जावी तू, मैं वारी जावा झूठा ता दे जावी तू। दीद तेरी नू अखियां लोचन, दीद तेरी नू अखियां लोचन, सुट सुट हंजू रात तेरा पोचन, फेरा ता पा जावी तू, मैं वारी जावा फेरा ता पा जाई तू। सत श्री अकाल जी, मैं डॉक्टर खुशनसीब कौर सूर्या, असिस्टेंट प्रोफैसर गुरु नानक कॉलेज किलियांवाली, जिला श्री मुक्तसर साहिब। सब तो पहला मैं इस सौण दे खूबसूरत महीने की मैं तुहानूं सब नूं मुबारकबाद दिंदी हाँ। सौण महीना जो कि साडे ਤੀਆਂ ਦੇ ਵਿੱਚੋਂ ਜੇ ਅਸੀਂ ਲਗਾਈਏ ਤਾਂ ਸੱਭਿਆਚਾਰ ਦਾ ਇੱਕ ਪ੍ਰਮੁੱਖ ਅੰਗ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਿਹੜਾ ਭਾਰਤ ਹੈ ਉਹ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ਮੇਰੇ ਖਿਆਲ ਕੋਈ ਨਾ ਕੋਈ ਦਿਨ ਅਜਿਹਾ ਨਹੀਂ ਹੋਵੇਗਾ ਜਿਸ ਦਿਨ ਕੋਈ ਇੱਥੇ ਮੇਲਾ ਜਾਂ ਤਿਉਹਾਰ ਨਾ ਹੁੰਦਾ ਹੋਵੇ। ਪਰ ਜੇ ਅਸੀਂ ਗੱਲ ਕਰੀਏ ਤਾਂ ਸਾਉਣ ਮਹੀਨੇ ਦੇ ਵਿੱਚ, ਸਾਉਣ ਮਹੀਨਾ ਜਿਹੜਾ ਹੈਗਾ ਉਹ ਜਦੋਂ ਜੇਠ ਹਾੜ ਦੀ ਤਪਸ਼ ਤੋਂ ਝੁਲਸੇ ਹੋਏ ਕਿ ਪਸ਼ੂ ਪੰਛੀ ਜੀਵ ਜਗਤ ਪ੍ਰਾਣੀ ਸਾਰੇ ਜਿਹੜੇ ਹਨ ਇਸ ਮਹੀਨੇ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਹਨ। ਤੇ ਜੇ ਅਸੀਂ ਗੱਲ ਕਰੀਏ ਤੀਆਂ ਦੀ ਤਾਂ ਤੀਆਂ ਦਾ ਤਿਉਹਾਰ ਜਿਹੜਾ ਹੈਗਾ ਸਾਡੇ ਸੱਭਿਆਚਾਰ ਦਾ ਮੁੱਖ ਅੰਗ ਹੈ, ਜਿਹਨੂੰ ਕਿ ਅਸੀਂ ਧੀਆਂ ਧਿਆਣੀਆਂ ਦਾ ਤਿਉਹਾਰ ਵੀ ਕਹਿੰਦੇ ਹਾਂ, ਕੁੜੀਆਂ ਦਾ ਤਿਉਹਾਰ ਹੁੰਦਾ ਹੈ। ਮੁੱਖ ਰੂਪ ਦੇ ਵਿੱਚ ਇਹ ਇਸਤਰੀ ਦੇ ਨਾਲ ਹੀ ਜੁੜਿਆ ਹੋਇਆ ਹੈ, ਕਿਉਂਕਿ ਜੇ ਅਸੀਂ ਇਹਦੀ ਗੱਲ ਕਰੀਏ ਕਿ ਇਹਦੇ ਇਤਿਹਾਸ ਦੀ ਤਾਂ ਇਹਦੇ ਕੋਈ ਇਤਿਹਾਸ ਜਾਂ ਤਾਰੀਖ ਕੋਈ ਨਿਸ਼ਚਿਤ ਨਹੀਂ ਹੈ। ਤਾਂ ਕਿਸੇ ਵੇਲੇ ਇਹ ਸੁਣਿਆ ਜਾਂਦਾ ਸੀ ਕਿ ਗੜ੍ਹ ਮੁਗਲਾਣੇ ਦੇ ਵਿੱਚ ਜਿਹੜੀਆਂ ਸੀਗੀਆਂ ਮੁਗਲ ਬਾਦਸ਼ਾਹ ਦੇ ਸਮੇਂ ਤੀਆਂ ਉਹ ਕਰਵਾਇਆ ਕਰਦੇ ਸੀ, ਕਿਉਂਕਿ ਉਸ ਸਮੇਂ ਆਵਾਜਾਈ ਦੇ ਕੋਈ ਸਾਧਨ ਤਾਂ ਨਹੀਂ ਸਨ, ਤਾਂ ਕੁੜੀਆਂ ਨੂੰ ਇਕੱਠਾ ਕਰਨ ਦਾ ਇੱਕ ਸਬੱਬ ਜਿਹੜਾ ਸੀਗਾ ਉਹ ਬਣਾ ਲਿਆ ਜਾਂਦਾ ਸੀਗਾ। ਇਸ ਮਹੀਨੇ ਦੇ ਵਿੱਚ ਜਿਹੜੀਆਂ ਕੁੜੀਆਂ ਸੀਗੀਆਂ ਉਹ ਇਕੱਠੀਆਂ ਹੁੰਦੀਆਂ, ਇਕੱਠੀਆਂ ਹੋ ਕੇ ਆਪਣੀਆਂ ਸਹੇਲੀਆਂ, ਆਪਣੀਆਂ ਮਾਵਾਂ, ਆਪਣੇ ਭੈਣ ਭਰਾਵਾਂ ਨੂੰ ਆ ਕੇ ਉਹ ਮਿਲਦੀਆਂ। ਗੱਲ ਕੀ ਇਸ ਹਰਸ਼ ਉਲਾਸ ਦਾ ਜਿਹੜਾ ਤਿਉਹਾਰ ਹੁੰਦਾ ਹੈਗਾ ਉਹਦੇ ਵਿੱਚ ਜਿਹੜੀਆਂ ਉਹ ਕੁੜੀਆਂ ਚਿੜੀਆਂ ਨੇ ਉਹ ਆਪਣੇ ਮਨ ਦੇ ਵਲਵਲਿਆਂ ਨੂੰ ਜਾਂ ਕਿਤੇ ਆਪਣੇ ਸਹੁਰੇ ਪਰਿਵਾਰ ਦੇ ਕਿਸੇ ਰਿਸ਼ਤੇ ਨਾਤਿਆਂ ਦੇ ਕੁੜੱਤਣਾ ਜਿਹੜੀਆਂ ਸੀਗੀਆਂ ਉਹ ਸੁਭਾਵਿਕ ਰੂਪ ਦੇ ਵਿੱਚ ਸਾਹਮਣੇ ਨਹੀਂ ਸੀ ਪੇਸ਼ ਕਰ ਸਕਦੀਆਂ ਸੀਗੀਆਂ। ਉਹ ਆਪਣੇ ਪੇਕੇ ਘਰ ਆ ਕੇ ਆਪਣੀਆਂ ਸਹੇਲੀਆਂ ਦੇ ਜ਼ਰੀਏ ਉਹ ਆਪਣੇ ਮਨ ਦੇ ਵਲਵਲਿਆਂ ਨੂੰ ਜਿਹੜਾ ਸੀਗਾ ਉਹ ਇੱਕ ਬੋਲੀਆਂ ਦੇ ਰੂਪ ਦੇ ਵਿੱਚ ਪ੍ਰਗਟ ਕਰਦੀਆਂ ਸਨ, ਫਰਮਾਉਂਦੀਆਂ ਸਨ। नमस्कार, आदाब, ज़िंदगी जिंदाबाद दोस्तों। और मेरे नाल प्रोफैसर खुशनसीब कौर ने जो पंजाबी सभ्याचार ਨੂੰ बहुत प्यार करते हैं और विशेष तौर पर कुड़ियां ਦੇ ਵਿੱਚ पंजाबी सभ्याचार ਦਾ प्रसार भी करते हैं। यूथ फैसटीवल होवे या फिर इंटर यूथ फैसटीवल होवे ਜਾਂ फिर किसी खुशी का उत्सव होवे ਤਾਂ मैडम खुशनसीब कौर अपने आप ਦੇ ਵਿੱਚ पंजाबी सभ्याचार ਨੂੰ नहीं भुलते। मैडम सत श्री अकाल। ਸਤਿ ਸ਼੍ਰੀ ਅਕਾਲ ਜੀ। बहुत खूबसूरत तुसीं गीत राहीं तीयां दे त्यौहार दी प्राचीन कला बारे दस्सिया। ਇਹ ਤੀਆਂ ਤੇ ਤੀਜ ਜਿਹੜੇ ਨਵੀਂ ਪੀੜ੍ਹੀ ਦੇ ਸਾਡੇ ਬੱਚੇ ਨੇ ਜਾਂ ਸਾਡੀਆਂ ਧੀਆਂ ਭੈਣਾਂ ਨੇ ਉਹਨਾਂ ਨੂੰ ਤੁਸੀਂ ਕਿਵੇਂ ਸੰਦੇਸ਼ ਦੇਣਾ ਚਾਹੋਗੇ, ਕੀ ਦੱਸਣਾ ਚਾਹੋਗੇ ਕਿ ਕਿੱਦਾਂ ਦਾ ਤਿਉਹਾਰ ਮਨਾਇਆ ਜਾਂਦਾ? ਹਾਂਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸੂੰਗੀ ਕਿ ਤੀਆਂ ਤੀਜ ਦੀਆਂ ਜਿਹੜੀਆਂ ਕਿ ਚਾਨਣ ਪੱਖ ਦੀ ਤੀਜ ਤੋਂ ਆਰੰਭ ਹੋ ਕੇ ਪੁੰਨਿਆ ਤੱਕ ਜਿਹੜੀਆਂ ਇਹ ਖਤਮ ਹੋ ਜਾਂਦੀਆਂ ਨੇ, ਉਸ ਸਮੇਂ ਤੋਂ ਲੈ ਕੇ ਜਿਹੜੀਆਂ ਲੜਕੀਆਂ ਨੇ ਉਹਨਾਂ ਦਾ ਜਦੋਂ ਉਹ ਆਪਣੇ ਪੇਕੇ ਘਰ ਜਾਂਦੀਆਂ ਨੇ, ਪੇਕੇ ਘਰ ਜਾ ਕੇ ਉੱਥੇ ਉਹ ਆਪਣੀਆਂ ਸਹੇਲੀਆਂ ਨੂੰ ਮਿਲ ਕੇ ਤੀਆਂ ਦੇ ਇਸ ਉਤਸਵ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ, ਆਪਣੇ ਹਰਸ਼ ਉਲਾਸ ਦੇ ਨਾਲ ਹਰ ਖੁਸ਼ੀ ਨੂੰ ਸਾਂਝੀਆਂ ਕਰਦੀਆਂ ਨੇ। ਤੀਆਂ ਤੀਜ ਦੀਆਂ ਇਸ ਨੂੰ ਇਸੇ ਕਰਕੇ ਕਿਹਾ ਜਾਂਦਾ ਤੀਜ ਦੀ ਪੱਖ ਤੋਂ ਸ਼ੁਰੂ ਹੋ ਕੇ। ਔਰ ਦੂਸਰੇ ਨੰਬਰ
ਨੰਬਰ 'ਤੇ ਹਰਿਆਲੀ ਤੀਜ ਵੀ, ਕਿਉਂਕਿ ਇਹ ਸਾਵਨ ਦਾ ਮਹੀਨਾ ਹੈ, ਹਰਿਆ ਭਰਿਆ ਹੈ, ਇਸ ਕਰਕੇ ਕਿਉਂਕਿ ਇਹ ਤਿੰਨਾਂ ਸਟੇਟਸ ਦੇ ਵਿੱਚ ਮਨਾਈਆਂ ਜਾਂਦੀਆਂ ਨੇ, ਹਰਿਆਣਾ, ਰਾਜਸਥਾਨ, ਪੰਜਾਬ ਦੇ ਵਿੱਚ ਵੱਖ-ਵੱਖ ਆਪਣੇ ਕਲਚਰ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਉਹ ਆਪਣੇ ਆਪਣੇ ਕਲਚਰ ਦੇ ਇਸ ਨੂੰ ਮਤਲਬ ਅਨੁਸਾਰ ਜਿਹੜਾ ਹੈ ਮਨਾਉਂਦੇ ਨੇ। ਅਤੇ ਇਹ ਹਾਂਜੀ, ਅਤੇ ਹਰਿਆਲੀ ਤੀਜ ਇਸ ਨੂੰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਸਾਰਾ ਜਿਹੜਾ ਹੈ ਵਾਤਾਵਰਨ ਹੈ ਉਹ ਹਰਿਆ ਭਰਿਆ ਹੁੰਦਾ ਹੈਗਾ। ਅਤੇ ਸਾਵੇ ਜਿਹੜਾ ਹੈਗਾ ਉਹ ਹੈ ਤਾਂ ਨਾਮ ਇਹ ਵੀ ਤੀਜ ਦਾ ਹੀ ਹੈ, ਪਰ ਤੀਜ ਅਤੇ ਸਾਵਿਆਂ ਦੇ ਵਿੱਚ ਫਰਕ ਹੁੰਦਾ ਹੈ। ਤੀਜ ਜਿਹੜਾ ਹੁੰਦਾ ਹੈ ਜਦੋਂ ਇਹ ਉਸ 'ਤੇ ਤੀਜ ਪੱਖ ਤੋਂ ਸ਼ੁਰੂ ਹੋ ਕੇ ਇਹ ਨਿਰੰਤਰ ਹੀ ਮਨਾਈਆਂ ਜਾਂਦੀਆਂ ਹਨ, ਪਰ ਜਿਹੜੇ ਸਾਵੇ ਨੇ ਇਹ ਸਾਉਣ ਦੇ ਜਿਹੜੇ ਹੈ ਹਰ ਐਤਵਾਰ ਨੂੰ ਮਨਾਏ ਜਾਂਦੇ ਨੇ। ਹਾਂਜੀ, ਕੀ ਬਾਤ ਹੈ, ਹਰ ਐਤਵਾਰ ਨੂੰ ਮਨਾਏ ਜਾਂਦੇ ਨੇ। ਕਹਿੰਦੇ ਨੇ ਸਾਉਣ ਦਾ ਮਹੀਨਾ ਯਾਰੋ, ਸਾਉਣ ਦਾ ਮਹੀਨਾ, ਪਿੱਪਲਾਂ 'ਤੇ ਪੀਂਘਾਂ ਪਾਉਣ ਦਾ ਮਹੀਨਾ, ਬੜਾ ਹੀ ਪਰੇਸ਼ਾਨ ਕਰੇ ਮਹੀਨਾ ਇਹ ਗੰਜਿਆਂ ਨੂੰ, ਬਾਰ-ਬਾਰ ਕੋਠੇ ਉੱਤੋਂ ਲਾਉਣਾ ਪਵੇ ਮੰਜਿਆਂ ਨੂੰ, ਢਿੱਲੀ ਕਦੇ ਕਸੀ ਹੋਈ ਦੌਣ ਦਾ ਮਹੀਨਾ ਹੈ, ਸਾਉਣ ਦਾ ਮਹੀਨਾ ਯਾਰੋ, ਸਾਉਣ ਦਾ ਮਹੀਨਾ ਹੈ। ਅੱਜ ਦੇ ਦੌਰ ਦੀ ਜੇ ਗੱਲ ਕਰੀਏ ਆਪਾਂ, ਜਿੱਥੇ ਡੀਜੇ ਦਾ ਯੁੱਗ ਹੈ ਨਾ, ਜਿੱਥੇ ਵੱਡੇ ਵੱਡੇ ਸਪੀਕਰ ਲੱਗ ਜਾਂਦੇ ਨੇ ਔਰ ਅਸੀਂ ਨੱਚ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਨੇ, ਪਰ ਇਹਦੇ ਵਿੱਚ ਮੈਂ ਦੇਖਿਆ ਕਿ ਬੋਲੀਆਂ ਬਾ ਕਮਾਲ ਹੁੰਦੀਆਂ ਨੇ, ਬੋਲੀਆਂ ਦੀ ਲੜੀ ਟੁੱਟਣ ਨਹੀਂ ਦਿੰਦੀਆਂ ਕੁੜੀਆਂ। ਤੁਹਾਡੇ ਕੋਲ ਵੀ ਕੁਝ ਬੋਲੀਆਂ ਹੋਣਗੀਆਂ ਜਾਂ ਬੋਲੀਆਂ ਬਾਰੇ ਤੁਸੀਂ ਕੁਝ ਦੱਸਣਾ ਚਾਹੁੰਦੇ ਹੋਵੋਗੇ? ਹਾਂਜੀ, ਕੁੜੀਆਂ ਦੇ ਬਾਰੇ ਜਿਵੇਂ ਹੁਣ ਤੁਸੀਂ ਤੀਆਂ ਦੇ ਜਿਹੜਾ ਹੈ ਬਰਸਾਤ ਦੀ ਗੱਲ ਕੀਤੀ ਗਈ, ਇਸ ਦੇ ਸੰਬੰਧ ਦੇ ਵਿੱਚ ਵੀ ਇੱਕ ਬੋਲੀ ਹੈ ਜਿਵੇਂ ਜੀ, ਸਾਉਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ, ਸਾਉਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ, ਅਸੀਂ ਨਹੀਂ ਓ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ, ਅਸੀਂ ਨਹੀਂ ਓ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ, ਅਸੀਂ ਨਹੀਂ ਓ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ, ਸਾਉਣ ਦੇ ਮਹੀਨੇ ਮੰਜੇ ਡਾਈਏ ਨਾ ਵੇ ਜੋੜ ਕੇ, ਸਾਉਣ ਦੇ ਮਹੀਨੇ ਮੰਜੇ ਡਾਈਏ ਨਾ ਵੇ ਜੋੜ ਕੇ, ਵਗਣਗੇ ਪਰਨਾਲੇ ਪਾਣੀ ਲੈ ਜੂਗਾ ਵੇ ਰੋੜ ਕੇ, ਵਜਣਗੇ ਪਰਨਾਲੇ ਪਾਣੀ ਲੈ ਜੂਗਾ ਵੇ ਰੋੜ ਕੇ, ਸਾਉਣ ਦੇ ਮਹੀਨੇ ਕਿਤੇ ਜਾਈਏ ਨਾ ਪਰਾਉਣੇ, ਸਾਉਣ ਦੇ ਮਹੀਨੇ ਕਿਤੇ ਜਾਈਏ ਨਾ ਪਰਾਉਣੇ, ਵਗਣਗੇ ਪਰਨਾਲੇ ਕਿਸੇ ਸੁੱਤੇ ਨਹੀਂ ਉਠਾਉਣੇ, ਵਗਣਗੇ ਪਰਨਾਲੇ ਕਿਸੇ ਸੁੱਤੇ ਨਹੀਂ ਉਠਾਉਣੇ। ਕਿਆ ਬਾਤ ਹੈ, ਬਹੁਤ ਖੂਬ। ਇਹ ਕਿਤੇ ਕਿਤੇ ਇੱਕ ਬੋਲੀਆਂ ਦੇ ਵਿੱਚ ਮਜ਼ਾਕ ਵੀ ਹੈ ਨਾ, ਪਰ ਕਿਤੇ ਸੁਨੇਹਾ ਵੀ ਹੈ ਨਾ। ਪਰ ਕੁੜੀਆਂ ਪੇਕੇ ਘਰ ਆਉਂਦੀਆਂ ਨੇ, ਥੋੜ੍ਹੀ ਜਿਹੀ ਪਹਿਲਾਂ ਤੁਸੀਂ ਗੱਲ ਦੱਸੀ ਕਿ ਸਹੁਰਿਆਂ ਦੀ ਜੋ ਮਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਕੁੜੁੱਤਣ ਹੁੰਦੀ ਹੈ, ਉਹ ਆਪਣੀਆਂ ਧੀਆਂ ਭੈਣਾਂ ਨਾਲ ਬੈਠ ਕੇ ਸਾਂਝੀਆਂ ਕਰਦੇ ਨੇ, ਗੱਲਾਂ 'ਚੋਂ ਗੱਲ ਨਿਕਲਦੀ ਹੈ ਔਰ ਗੱਲਾਂ 'ਚ ਸਲਿਊਸ਼ਨ ਵੀ ਨਿਕਲਦਾ ਕਿਸੇ ਨਾ ਕਿਸੇ ਦਾ। ਅੱਜ ਦੇ ਮਾਹੌਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਦੋਂ ਸਾਉਣ ਦਾ ਮਹੀਨਾ ਟੱਪ ਜਾਂਦਾ, ਲੰਘ ਜਾਂਦਾ, ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਗਾ, ਕੁੜੀਆਂ ਜਿਹੜੀਆਂ ਧੀਆਂ ਭੈਣਾਂ ਬਾਰੇ ਤੁਸੀਂ ਕੁਝ ਸੰਦੇਸ਼ ਦੇਣਾ ਚਾਹੁੰਦੇ ਹੋ, ਉਹਨਾਂ ਦੇ ਪਹਿਰਾਵੇ ਨੂੰ ਲੈ ਕੇ, ਪੰਜਾਬੀ ਸੱਭਿਆਚਾਰ ਨੂੰ ਲੈ ਕੇ, ਇਹ ਤੁਸੀਂ ਆਪਣਾ ਇੱਕ ਸੰਦੇਸ਼ ਦਿਓ। ਦੇਖੋ ਜੀ, ਜਿਹੜਾ ਮਤਲਬ ਅੱਜ ਵੀ ਜ਼ਿੰਦਗੀ ਦੇ ਵਿੱਚ ਔਰਤ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਨੇ ਰੀਝਾਂ ਜੁੜੀਆਂ ਹੁੰਦੀਆਂ ਨੇ। ਕੋਈ ਮੈਂ ਇਹ ਨਹੀਂ ਕਹਿੰਦੀ, ਚਾਹੇ ਔਰਤ ਬਜ਼ੁਰਗ ਵੀ ਹੋ ਜਾਵੇ ਨਾ ਤਾਂ ਵੀ ਆਪਣੇ ਉਹ ਪੇਕਿਆਂ ਨੂੰ ਲੋਚਦੀ ਹੈ, ਚਾਹੇ ਉਹਦੇ ਭਤੀਜੇ ਹੋਣ, ਚਾਹੇ ਭਰਾ ਹੋਣ, ਚੱਲ ਮਾਵਾਂ ਨੂੰ ਤਾਂ ਜਾਂ ਭਰਾਵਾਂ ਨੂੰ ਤਾਂ ਲੋਚਣਾ ਹੀ ਲੋਚਣਾ ਹੈ, ਪਰ ਜਦੋਂ ਉਹ ਬਜ਼ੁਰਗ ਹੋ ਜਾਂਦੀਆਂ ਨੇ ਫਿਰ ਉਹ ਆਪਣੇ ਭਤੀਜਿਆਂ ਥਾਈਂ ਜਾਂ ਆਪਣੇ ਭਤੀਜ ਨੂੰਹਾਂ ਥਾਈਂ ਲਾ ਲਓ, ਵੀ ਉਸ ਥਾਈਂ ਵੀ ਉਹ ਮਤਲਬ ਜ਼ਿੰਦਗੀ ਭਰ ਦੇ ਵਿੱਚ ਇਹ ਲੋਚਦੀਆਂ ਨੇ ਕਿ ਸਾਨੂੰ ਜਿਹੜਾ ਹੈ ਕੋਈ ਨਾ ਕੋਈ ਸੁੱਖ ਸੁਨੇਹਾ ਮਿਲਦਾ ਰਹੇ। ਪਰ ਜੇ ਅਸੀਂ ਅੱਜ ਦੇ ਯੁੱਗ ਦੀ ਗੱਲ ਕਰੀਏ ਤਾਂ ਮੈਂ ਦੇਖਿਆ ਕਿ ਜਿਹੜਾ ਅੱਜ ਦਾ ਸਿਸਟਮ ਹੈ ਤੀਆਂ ਵਾਲਾ, ਉਹ ਜਿਹੜਾ ਹੈਗਾ ਕੇਵਲ ਇੱਕ ਸਟੇਜੀ ਹੀ ਬਣ ਕੇ ਰਹਿ ਗਿਆ। ਚਾਹੇ ਉਹ ਸਕੂਲ ਕਾਲਜਾਂ ਦੇ ਵਿੱਚ ਲਾ ਲਈਏ ਤੇ ਬੱਚਿਆਂ ਨੂੰ ਉਸ ਕਲਚਰ ਦੇ ਬਾਰੇ ਪਤਾ ਹੀ ਨਹੀਂ ਹੈ ਕਿ ਜਿਹੜੀਆਂ ਤੀਜ ਇਹ ਹੁੰਦੀਆਂ ਕੀ ਨੇ। ਜੇ ਇਹ ਪਹਿਰਾਵੇ ਦੀ ਗੱਲ ਕਰੇ ਤੇ ਜਿਹੜੇ ਸਾਡੇ ਪੁਰਾਤਨ ਪਹਿਰਾਵੇ ਨੇ ਉਹ ਵੀ ਲੋਪ ਹੁੰਦੇ ਜਾ ਰਹੇ ਨੇ। ਜਿਵੇਂ ਪਹਿਲਾਂ ਲੜਕੀਆਂ ਜਿਹੜੀਆਂ ਸੀ ਹਾਰ ਸ਼ਿੰਗਾਰ ਲਗਾ ਕੇ ਉਹ ਜਦੋਂ ਉਹ ਗਿੱਧਾ ਪਾਉਂਦੀਆਂ ਸੀ ਤਾਂ ਉਹਨਾਂ ਨੂੰ ਇੱਕ ਖੁਸ਼ੀ ਇਹ ਵੀ ਹੁੰਦੀ ਸੀ ਕਿ ਉਹਨਾਂ ਨੂੰ ਮੇਲਣਾ ਬਣਨ ਦਾ ਸ਼ੌਂਕ ਹੋ ਜਾਂਦਾ ਸੀ। ਹਾਰ ਸ਼ਿੰਗਾਰ ਦੇ ਨਾਲ ਮੇਲਣਾ ਬਣਨ ਦਾ ਸ਼ੌਂਕ ਜਦੋਂ ਉਹਨਾਂ ਨੂੰ ਹੋ ਜਾਂਦਾ ਸੀ ਤਾਂ ਉਹਨਾਂ ਦੀ ਹੋਰ ਖੁਸ਼ੀ ਜਿਹੜੀ ਸੀਗੀ, ਉਹਨਾਂ ਦੇ ਹੋਰ ਹਾਵ ਭਾਵ ਸੀਗੇ, ਉਹ ਕਿਤੇ ਨਾ ਕਿਤੇ ਨਿਕਲ ਕੇ ਬਾਹਰ ਆਉਂਦੇ ਸੀ। ਚਾਹੇ ਆਪਣੇ ਮਾਹੀ ਪ੍ਰਤੀ ਲਾ ਲਓ, ਚਾਹੇ ਹੋਰ ਕਿਸੇ ਮਤਲਬ ਸੰਬੰਧੀ ਵਾਸਤੇ ਲਗਾ ਲਓ, ਤਾਂ ਉਹ ਜਿਹੜਾ ਸੀਗਾ ਨਾ ਉਹ ਉਹਨਾਂ ਦਾ ਹਾਰ ਸ਼ਿੰਗਾਰ ਵੀ ਉਹਨਾਂ ਨੂੰ ਕਾਫੀ ਪ੍ਰਭਾਵਿਤ ਕਰਦਾ ਸੀ। ਤੇ ਕਿਉਂਕਿ ਜਿਹੜਾ ਸਾਡਾ ਇਹ ਸੱਭਿਆਚਾਰ ਹੈ ਇਹ ਸਾਡੇ ਪਹਿਰਾਵੇ ਨਾਲ ਵੀ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ। ਤਾਂ ਜੇ ਮੈਂ ਅੱਜ ਦੇ ਟਾਈਮ ਦੀ ਗੱਲ ਕਰਾਂ ਤਾਂ ਦੇਖੋ ਜਿਹੜਾ ਸਾਡੀ ਮਾਣਮੱਤੀ ਧੀ ਹੈ ਨਾ, ਤਾਂ ਉਹਦਾ ਸਾਡਾ ਸੱਭਿਆਚਾਰ ਜਿਹੜਾ ਉਹਦਾ ਪਹਿਰਾਵਾ ਹੈ ਕਿਤੇ ਨਾ ਕਿਤੇ ਉਹਦੀ ਨੈਤਿਕਤਾ ਦਾ ਵੀ ਵਿੱਚ ਜ਼ਰੂਰ ਪ੍ਰਭਾਵ
ਪਾਉਂਦਾ ਹੈ ਨਾ, ਤਾਂ ਸਾਨੂੰ ਇਹ ਦੱਸਣਾ ਚਾਹੀਦਾ ਹੈ। ਕੌਣ ਦੱਸ ਸਕਦਾ ਹੈ? ਇਹ ਜਦੋਂ ਉਹਦਾ ਸਮਾਜੀਕਰਨ ਹੁੰਦਾ ਤਾਂ ਉਹਦੇ ਜਿਹੜੇ ਹੈ ਪੇਰੈਂਟਸ ਉਹਨੂੰ ਦੱਸ ਸਕਦੇ ਨੇ, ਸਮਾਜ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਉਹ ਦੱਸ ਸਕਦੇ ਹੈ, ਤਾਂ ਕਿ ਉਹਦੀ ਸ਼ਖਸੀਅਤ ਜਿਹੜੀ ਹੈ ਇੱਕ ਹੋਰ ਉੱਭਰ ਕੇ ਸਾਹਮਣੇ ਆ ਜੇ। ਕੱਪੜਾ ਜਿਹੜਾ ਹੈ ਜਿਹੋ ਜਿਹਾ ਮਰਜ਼ੀ ਪਾ ਲਓ, ਪਰ ਘੱਟੋ ਘੱਟ ਤਨ ਢੱਕਣ ਵਾਲਾ ਜ਼ਰੂਰ ਹੋਣਾ ਚਾਹੀਦਾ ਹੈ, ਤਾਂ ਕਿ ਜਿਹੜਾ ਅੱਜ ਸੱਭਿਆਚਾਰ ਨੂੰ ਖੋਰਾ ਲੱਗਦਾ ਜਾ ਰਿਹਾ ਹੈ, ਮੇਰਾ ਖਿਆਲ ਫੇਰ ਕਿਤੇ ਨਾ ਕਿਤੇ ਇਸ ਦੀ ਠੱਲ ਪੈਂਦੀ ਜ਼ਰੂਰ ਨਜ਼ਰ ਆਊਗੀ। ਤੇ ਜੇ ਅਸੀਂ ਗੱਲ ਕਰੀਏ ਕਿ ਜਿਹੜੀ ਤੀਆਂ ਨੇ ਅਲੋਪ ਹੋ ਰਹੀਆਂ ਨੇ, ਉਸ ਸੰਬੰਧੀ ਆਪਣੇ ਬੱਚਿਆਂ ਨੂੰ, ਸਾਨੂੰ ਆਪਣੀਆਂ ਧੀਆਂ ਨੂੰ ਉਹ ਸਾਨੂੰ ਇੱਕ ਤਰ੍ਹਾਂ ਦਾ ਮੁੜ ਸਰਜੀਤ ਕਰਨ ਦੀ ਲੋੜ ਹੈ। ਉਹ ਕਿਸ ਤਰ੍ਹਾਂ ਹੈ ਕਿ ਅਸੀਂ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਹੈਗਾ ਅੱਗੇ ਜਾ ਕੇ ਉਹਨਾਂ ਨੂੰ ਤੀਆਂ ਬਾਰੇ ਗੱਲ ਕਰੀਏ, ਤੀਆਂ ਬਾਰੇ ਦੱਸੀਏ, ਉਹਨਾਂ ਨੂੰ ਦਿਖਾਈਏ ਜਿਹੜੇ ਹੈ ਤੀਆਂ ਦੇ ਮਾਹੌਲ ਦੇ ਬਾਰੇ, ਫਿਰ ਮੇਰਾ ਖਿਆਲ ਇਹ ਸ਼ਾਇਦ ਕਿਤੇ ਨਾ ਕਿਤੇ ਕੰਮ ਹੋ सकता है। क्या बात है। कहते ने मैं सोचता हूँ जब तुम्हारे बारे में तो जज्बात से खुशबू आती है, जब जिक्र तुम्हारा चलता है हर बात से खुशबू आती है। परदेश में क्या महसूस करें बारिश का मौसम, मिट्टी की महक, जब अपने गाँव में होती है बरसात तो गाँव की मिट्टी से खुशबू आती है। बहुत खूबसूरत गल्लां दे नाल मैडम खुशनसीब कौर सूर्या जी ने जवाब दिते, जवाब भी लाजवाब किया और निश्चित तौर पर एक चिंतन भी किया कि ਜ਼ਰੂਰਤ ਹੈ ਸਾਡੀਆਂ ਧੀਆਂ ਭੈਣਾਂ ਕੋਲ ਬੈਠਣ ਦੀ, ਪਰਿਵਾਰਕ ਤੌਰ 'ਤੇ ਬੈਠਣ ਦੀ ਔਰ ਉਹਨਾਂ ਨੂੰ ਦੱਸਣ ਦੀ, ਔਰ ਇਹ ਦੱਸ ਸਕਦੀਆਂ ਸਾਡੀਆਂ ਮਾਵਾਂ, ਸਾਡੇ ਬਜ਼ੁਰਗ ਜੋ ਘਰ ਨੇ। ਔਰ ਬੜੇ ਖੁਸ਼ਨਸੀਬ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਘਰ ਵਿੱਚ ਬਜ਼ੁਰਗ ਹੁੰਦੇ ਨੇ ਜਾਂ ਬਜ਼ੁਰਗਾਂ ਦੇ ਨਾਲ ਉਹ ਰਹਿੰਦੇ ਨੇ। ਤਾਂ ਜਿੰਨੇ ਵੀ ਦਰਸ਼ਕ ਸਾਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਤਾਂ ਪਲੀਜ਼ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਕਮੈਂਟਸ ਵੀ ਕਰੋ। ਜ਼ਰੂਰੀ ਹੈ ਅੱਜ ਧਿਆਣੀਆਂ ਦਾ ਦਿਨ ਬਰਕਰਾਰ ਰਹੇ, ਰੁੱਖਾਂ ਅਤੇ ਕੁੱਖਾਂ ਜ਼ਿੰਦਾਬਾਦ ਰਹਿਣ ਔਰ ਦਰਖਤ ਲੱਗਦੇ ਰਹਿਣ, ਧੀਆਂ ਖੁਸ਼ ਰਹਿਣ, ਆਬਾਦ ਰਹਿਣ, ਕਿਉਂਕਿ ਕੁੜੀਆਂ ਕਵਿਤਾਵਾਂ ਵਰਗੀਆਂ ਹੁੰਦੀਆਂ ਨੇ ਔਰ ਕਵਿਤਾਵਾਂ ਹਮੇਸ਼ਾ ਹਮੇਸ਼ਾ ਜ਼ਿੰਦਾਬਾਦ ਰਹਿਣ। ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਹੁਤ ਕੁਛ ਲਿਖਿਆ ਵੀ ਹੋਇਆ, ਪਲੀਜ਼ ਤੁਸੀਂ ਸਾਡੇ ਦਰਸ਼ਕਾਂ ਨੂੰ ਸੰਧਾਰੇ ਦਾ ਵੀ ਕੀ ਮਹੱਤਵ ਹੁੰਦਾ ਜੀ? ਸੰਧਾਰਾ ਜਿਹੜਾ ਹੁੰਦਾ ਨਾ ਜੀ, ਉਹ ਜਦੋਂ ਮਤਲਬ ਲੜਕੀ ਧੀਆਂ ਆਉਣ ਵਾਲੀਆਂ ਹੁੰਦੀਆਂ ਨੇ ਨਾ, ਤਾਂ ਜਿਹੜੀ ਲੜਕੀ ਦੇ ਘਰ ਦੇ ਜਿਹੜੇ ਹੈ ਉਹ ਕੁਛ ਸੌਗਾਤ ਦੇ ਰੂਪ ਦੇ ਵਿੱਚ ਆਪਣੀਆਂ ਧੀਆਂ ਨੂੰ ਚੀਜ਼ਾਂ ਦਿੰਦੇ ਨੇ। ਤਾਂ ਹੁਣ ਜਦੋਂ ਆਪਾਂ ਕਿਤੇ ਦੇਖਦੇ ਹਾਂ ਵੀ ਪਹਿਲਾਂ ਜਿਹੜਾ ਸੰਧਾਰਾ ਦਿੱਤਾ ਜਾਂਦਾ ਸੀ ਉਹਦੇ ਵਿੱਚ ਮੱਠੀਆਂ, ਬਿਸਕਿਟ, ਭੁਜੀਆ, ਹੋਰ ਖਾਣ ਪੀਣ ਦੀ ਸਮੱਗਰੀ, ਤੇ ਹੁਣ ਤਾਂ ਅੱਜ ਕੱਲ੍ਹ ਤੁਸੀਂ ਦੇਖੋ ਵੀ ਬਣੇ ਬਣਾਏ ਬਿਸਕਿਟ ਹੀ ਮਤਲਬ ਭੇਜ ਦਿੰਦੇ ਨੇ। ਤਾਂ ਉਹ ਇੱਕ ਮੋਹ ਪਿਆਰ ਦਾ ਨਿੱਘਾ ਜਿਹੜਾ ਹੁੰਦਾ ਸੀਗਾ ਸੰਦੇਸ਼ਾ ਵੀ ਲਾ ਲਓ, ਤਾਂ ਧੀ ਨੂੰ ਇੱਕ ਜਿਵੇਂ ਕਹਿ ਦਿੰਦੇ ਵੀ ਥੋੜ੍ਹੀ ਜਿਹੀ ਵੀ ਚੀਜ਼ ਦੇ ਦਿਓ ਤਾਂ ਉਹਨੂੰ ਉਹ ਵੀ ਬਹੁਤ ਸਾਰਾ, ਇਸ ਤਰ੍ਹਾਂ ਪੇਕਿਆਂ ਦਾ ਪਿਆਰ ਜਿਹੜਾ ਸੀਗਾ ਉਹ ਵੀ ਉਹਨਾਂ ਨੂੰ ਬਹੁਤ ਉਹ ਲੱਗਦਾ ਸੀਗਾ। ਤੇ ਸੰਧਾਰਾ ਜਿਹੜਾ ਹੈ ਉਹ ਇੱਕ ਮਤਲਬ ਪੇਕਿਆਂ ਜਾਂ ਸਹੁਰਿਆਂ, ਜਿਹੜੇ ਤਾਂ ਸਹੁਰਿਆਂ ਦੇ ਵੱਲੋਂ ਸੌਗਾਤ ਆਉਂਦੀ ਹੈ ਤਾਂ ਕੁਆਰੀ ਕੁੜੀ ਹੁੰਦੀ ਹੈ ਜਿਹੜੀ, ਉਹਨੂੰ ਦਿੱਤਾ ਜਾਂਦਾ ਹੈ। ਤੇ ਜਿਹੜਾ ਜਦੋਂ ਇੱਥੋਂ ਮਤਲਬ ਵੀਰ ਲੈ ਕੇ ਆਉਂਦਾ ਸੰਧਾਰਾ, ਉਹ ਪੇਕਿਆਂ ਦੇ ਵੱਲ ਜਦੋਂ ਜਾਂਦਾ ਹੈ ਉਹ ਨਿਸ਼ਚਿਤ ਸੌਗਾਤ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਹੈ ਸੰਧਾਰਾ। ਤੇ ਇਹਦੇ ਬਾਰੇ, ਸੰਧਾਰੇ ਦੇ ਬਾਰੇ ਮੇਰੇ ਘਰ ਭਜਨ ਮਾਨ ਦਾ ਗੀਤ ਵੀ ਸ਼ਾਇਦ ਜਿਵੇਂ ਦੋ ਲਾਉਂ। ਮੇਰਾ ਵੀਰ ਸੰਧਾਰਾ ਲਿਆਇਆ ਨੀ ਅੜੀਓ, ਚੀਰ ਕੇ ਪੈਂਡੇ ਆਇਆ। ਮੇਰਾ ਵੀਰ ਸੰਧਾਰਾ ਲਿਆਇਆ ਨੀ ਅੜੀਓ, ਚੀਰ ਕੇ ਪੈਂਡੇ ਆਇਆ। ਮੈਥੋਂ ਖੁਸ਼ੀ ਸਾਂਭੀ ਨਾ ਜਾਂਦੀ ਨੀ ਆਇਆ, ਅੱਜ ਕੱਲ੍ਹ ਅਮੜੀ ਜਾਇਆ। ਅਮੜੀ ਦੇ ਜਾਇਆ ਵੇ ਗਲ ਲੱਗ ਮਿਲੀਏ, ਅਮੜੀ ਦੇ ਜਾਇਆ ਵੇ ਗਲ ਲੱਗ ਮਿਲੀਏ। ਆਇਆ ਆਪਾਂ ਭੈਣ ਭਰਾ ਮੈਂ ਸਦਕੇ, ਆਇਆ ਆਪਾਂ ਭੈਣ ਭਰਾ ਮੈਂ ਸਦਕੇ, ਆਇਆ ਆਪਾਂ ਭੈਣ ਭਰਾ। ਕਿਆ ਬਾਤ ਹੈ। ਜੁਗ ਜੁਗ ਜਿਉਂਦੀਆਂ ਰਹਿਣ ਭੈਣ ਭਰਾਵਾਂ ਦੀਆਂ ਜੋੜੀਆਂ ਔਰ ਇਹ ਖੁਸ਼ੀਆਂ ਦੇ ਮੇਲੇ ਲੱਗਦੇ ਰਹਿਣ। ਕਹਿੰਦੇ ਨੇ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਅਤੇ ਮਿਲਦੀਆਂ ਰਹਿਣ ਵਧਾਈਆਂ। ਧੀਆਂ ਧਿਆਣੀਆਂ ਦੇ ਸਿਰ 'ਤੇ ਹਮੇਸ਼ਾ ਫੁਲਕਾਰੀ ਰਹੇ, ਪਿੱਪਲਾਂ ਦੀ ਛਾਂ ਰਹੇ ਔਰ ਇਹ ਨੱਚ ਗਾ ਕੇ, ਮੁਸਕਰਾ ਕੇ, ਲੋਕ ਗੀਤ ਗਾ ਕੇ, ਲੋਕ ਕਲਾਵਾਂ ਗਾ ਕੇ ਆਪਣੇ ਵਿਰਸੇ ਨੂੰ ਪਿਆਰ ਕਰਦੀਆਂ ਰਹਿਣ। ਔਰ ਅਸੀਂ ਇਹ ਦੁਆ ਕਰਦੇ ਹਾਂ ਕਿ ਜਿੱਥੋਂ ਤੱਕ ਆਵਾਜ਼ ਜਾ ਰਹੀ ਹੈ ਤੁਸੀਂ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋ। ਤਾਂ ਧੰਨਵਾਦ ਤਾਂ ਨਹੀਂ ਬਣਦਾ ਤੁਹਾਡਾ, ਕਿਉਂਕਿ ਇਹ ਬਹੁਤ ਲੰਬਾ ਸਫ਼ਰ ਹੈ, ਪਰ ਤੁਸੀਂ ਸਮਾਂ ਕੱਢਿਆ ਟੂ ਦਾ ਪੁਆਇੰਟ ਲਈ, ਇਹ ਬਹੁਤ ਵੱਡੀ ਗੱਲ ਹੈ। ਔਰ ਬਹੁਤ ਵੱਡਾ ਪ੍ਰਚਾਰ ਕਰ ਰਹੇ ਨੇ ਮੈਡਮ ਕੁੜੀਆਂ ਦੇ ਨਾਲ, ਵਿਸ਼ੇਸ਼ ਤੌਰ 'ਤੇ ਕੁੜੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ। ਤਾਂ ਇੱਕ ਵਾਰ ਫਿਰ ਮੈਂ ਤੀਜ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ। ਔਰ ਟੂ ਦਾ ਪੁਆਇੰਟ ਦੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਸਭ ਨੂੰ ਬਹੁਤ ਬਹੁਤ ਵਧਾਈਆਂ। ਜਿਉਂਦੇ ਵਸਦੇ ਰਹੋ। ਔਰ ਮੈਂ ਦੁਆ ਕਰਦਾ ਹਾਂ ਕਿ ਲੋਕ ਗੀਤ ਵਰਗੀ ਤੁਹਾਡੀ ਉਮਰ ਹੋਵੇ
ਔਰ ਵਿਰਸੇ ਵਿਰਾਸਤ ਵਰਗਾ ਤੁਹਾਡਾ ਸਨਮਾਨ ਹੋਵੇ ਤਾਂ ਆਓ ਮੁਸਕਰਾ ਕੇ ਕਹੀਏ ਜ਼ਿੰਦਗੀ ਜ਼ਿੰਦਾਬਾਦ। ਨਮਸਕਾਰ, ਆਦਾਬ, ਜ਼ਿੰਦਗੀ ਜ਼ਿੰਦਾਬਾਦ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਸੰਜੀਵ ਸ਼ਾਤ। ਜਦੋਂ ਜਦੋਂ ਕਿ ਸੂਰਜ ਆਪਣੀ ਯਾਤਰਾ ਕਰਕੇ ਪੱਛਮ ਵੱਲ ਜਾਂਦਾ ਹੈ ਤਾਂ ਸ਼ਾਮ ਨੂੰ ਪਿੰਡ ਦੀਆਂ ਧੀਆਂ ਧਿਆਣੀਆਂ ਪੰਜਾਬੀ ਪਹਿਰਾਵਾ ਪਾ ਕੇ ਸਾਉਣ ਦੇ ਮਹੀਨੇ ਵਿੱਚ ਗਿੱਧਾ ਪਾਉਂਦੀਆਂ ਨੇ, ਬੋਲੀਆਂ ਪਾਉਂਦੀਆਂ ਨੇ, ਹੱਸਦੀਆਂ ਨੇ, ਖੇਡਦੀਆਂ ਨੇ, ਮੁਸਕਰਾਉਂਦੀਆਂ ਨੇ। ਬੇਸ਼ੱਕ ਅੱਜ ਵਰਤਮਾਨ ਦੌਰ ਦੇ ਵਿੱਚ ਜਿੱਥੇ ਡੀਜੇ ਲੱਗਦਾ ਹੈ, ਵੱਡਾ ਵੱਡਾ ਸਾਊਂਡ ਹੁੰਦਾ, ਲਾਈਟ ਹੁੰਦੀ ਹੈ, ਪਰ ਕਿਤੇ ਨਾ ਕਿਤੇ ਇਹ ਵਿਰਸਾ ਲੋਪ ਹੁੰਦਾ ਜਾ ਰਿਹਾ, ਖਤਮ ਹੁੰਦਾ ਜਾ ਰਿਹਾ। ਲੇਕਿਨ ਦਸ਼ਮੇਸ਼ ਨਗਰ ਦੀਆਂ ਸਾਡੀਆਂ ਧੀਆਂ ਭੈਣਾਂ, ਸਾਡੀਆਂ ਮਾਵਾਂ ਇਸ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ। ਔਰ ਮੈਂ ਦੇਖ ਰਿਹਾ ਕਿ ਇਸ ਟੋਲੀ ਦੇ ਵਿੱਚ ਸਾਡੀਆਂ ਮਾਵਾਂ ਵੀ ਨੇ, ਸਾਡੀਆਂ ਭੈਣਾਂ ਵੀ ਨੇ ਔਰ ਛੋਟੇ ਛੋਟੇ ਬੱਚੇ ਵੀ ਨੇ। ਬੇਸ਼ੱਕ ਉਹਨਾਂ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਵੀ ਹੈ, ਪਰ ਆਪਣੇ ਵਿਰਸੇ ਨੂੰ ਜੋੜਨ ਲਈ, ਆਪਣੀ ਵਿਰਾਸਤ ਨੂੰ ਜੋੜਨ ਲਈ ਇਹ ਬਹੁਤ ਵੱਡਾ ਕਦਮ ਚੁੱਕਿਆ। ਸਭ ਤੋਂ ਪਹਿਲਾਂ ਤਾਂ ਮੈਂ ਸਭ ਨੂੰ ਬਹੁਤ ਸਾਰੀਆਂ ਵਧਾਈਆਂ ਦਿੰਦਾ। ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਕੇ ਆਪਾਂ ਅੱਜ ਦਾ ਆਗਾਜ਼ ਕਰੀਏ, ਸ਼ੁਰੂਆਤ ਕਰੀਏ। ਔਰ ਮੈਡਮ ਖੁਸ਼ਨਸੀਬ ਕੌਰ ਔਰ ਉਹਨਾਂ ਦੇ ਬਿਲਕੁਲ ਸਾਥੀ ਅੱਜ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆ ਰਹੇ ਨੇ। ਦੇਖਣ ਵਾਲੀ ਗੱਲ ਹੈ ਕਿ ਪੰਜਾਬੀ ਪਹਿਰਾਵਾ ਆਪਣੇ ਆਪ ਦੇ ਵਿੱਚ ਬੜਾ ਸਨਮਾਨਜਨਕ ਪਹਿਰਾਵਾ ਹੈ ਔਰ ਜਿੱਥੇ ਜਿੱਥੇ ਪੰਜਾਬੀ ਵਸਦੇ ਨੇ ਇੱਕੋ ਹੀ ਸੰਦੇਸ਼ ਦਿੰਦੇ ਨੇ ਕਿ ਆਓ ਆਪਣੇ ਸੱਭਿਆਚਾਰ ਨੂੰ ਪਹਿਚਾਣੀਏ, ਆਪਣੇ ਸੱਭਿਆਚਾਰ ਦੀ ਗੱਲ ਕਰੀਏ। ਤਾਂ ਧੀਆਂ ਧਿਆਣੀਆਂ, ਸਾਡੀਆਂ ਕਵਿਤਾ ਵਰਗੀਆਂ ਕੁੜੀਆਂ, ਉਹ ਸਾਡੇ ਗੀਤ ਵਰਗੇ ਮੁੰਡੇ ਹਮੇਸ਼ਾ ਆਪਣੀ ਵਿਰਾਸਤ ਦਾ ਸਨਮਾਨ ਕਰਨ। ਤਾਂ ਆਓ ਸਾਡੇ ਮਾਤਾ ਜੀ ਇੱਥੇ ਆ ਖੜੇ ਨੇ। ਮਾਤਾ ਜੀ ਸਤਿ ਸ੍ਰੀ ਅਕਾਲ। ਕਿਵੇਂ ਲੱਗ ਰਿਹਾ ਅੱਜ ਤੁਹਾਨੂੰ ਤੀਆਂ ਦੇਖ ਕੇ? ਬਹੁਤ ਸੋਹਣਾ ਲੱਗ ਰਿਹਾ। ਬਹੁਤ ਸੋਹਣਾ ਲੱਗ ਰਿਹਾ। ਔਰ ਤੁਸੀਂ ਵੀ ਜਦੋਂ ਆਪਣੇ ਪੇਕੇ ਘਰ ਆਉਂਦੇ ਸੀ ਉਦੋਂ ਫਿਰ ਬੋਲੀਆਂ ਪਾਉਂਦੇ ਸੀ? ਨਹੀਂ ਪਾਈਆਂ। ਨਹੀਂ ਪਾਈਆਂ, ਕੋਈ ਗੱਲ ਨਹੀਂ। ਔਰ ਬਹੁਤ ਖੂਬਸੂਰਤ ਆਵਾਜ਼ ਤੇ ਅੰਦਾਜ਼ ਦੇ ਨਾਲ। ਮੈਡਮ ਸਤਿ ਸ੍ਰੀ ਅਕਾਲ। ਇਹ ਕਿੱਦਾਂ ਦਾ ਲੱਗ ਰਿਹਾ ਮਾਹੌਲ ਤੁਹਾਨੂੰ ਅੱਜ ਦੇ ਯੁੱਗ ਦੇ ਵਿੱਚ? ਤੁਸੀਂ ਇੱਦਾਂ ਵਧੀਆ ਪਹਿਰਾਵਾ ਪਾ ਕੇ ਔਰ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹੋ ਔਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਹਾਂਜੀ ਸਰ, ਬਹੁਤ ਵਧੀਆ ਲੱਗ ਰਿਹਾ। ਜਿਵੇਂ ਬੱਚੇ ਹੁਣ ਅੱਜ ਕੱਲ੍ਹ ਮੋਬਾਈਲ ਨਾਲ ਜੁੜ ਰਹੇ ਆ, ਹੈ ਨਾ, ਆਪਦੇ ਵਿਰਸੇ ਨੂੰ ਭੁੱਲਦੇ ਜਾ ਰਹੇ ਹੈ। ਤਾਂ ਇਹੀ ਹੈ ਸਾਰਿਆਂ ਅੱਗੇ ਇਹੀ ਕੋਸ਼ਿਸ਼ ਹੈ ਆਪਣੀ ਕਿ ਆਪਦੇ ਵਿਰਸੇ ਨਾਲ ਜੁੜੋ, ਆਪਦੇ ਸੱਭਿਆਚਾਰ ਨਾਲ ਜੁੜੋ। ਮੋਬਾਈਲਸ ਦੇ ਵਿੱਚ ਤਾਂ ਆਪਾਂ ਦੇਖਦੇ ਹੀ ਹਾਂ, ਹੈ ਨਾ, ਬੋਲੀਆਂ ਸੁਣਦੇ ਹਾਂ, ਤਾਂ ਬੱਚਿਆਂ ਨੂੰ ਵੀ ਦੇਖ ਕੇ ਹੌਸਲਾ ਮਿਲਦਾ ਹੈ, ਉਤਸ਼ਾਹ ਮਿਲਦਾ ਹੈ ਕਿ ਆਪਣੇ ਵਿਰਸੇ ਨਾਲ ਜੁੜਿਆ ਜਾਵੇ। ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਪੰਜਾਬ ਵਿੱਚੋਂ ਪਾਣੇ ਨੀ, ਕਾਲੀ ਕਾਲੀ ਪੈਰ ਪੱਟ ਲੈ, ਤੀਆਂ ਲੱਗੀਆਂ ਮੋੜ ਦੀ ਛਾਵੇਂ ਨੀ, ਹੌਲੀ ਹੌਲੀ ਪੈਰ ਪੱਟ ਲੈ, ਤੀਆਂ ਲੱਗੀਆਂ ਮੋੜ ਦੀ ਛਾਵੇਂ ਨੀ, ਹੌਲੀ ਹੌਲੀ ਪੈਰ ਪੱਟ ਲੈ। ਆਉਂਦੀ ਕੁੜੀਏ ਜਾਂਦੀ ਕੁੜੀਏ ਪਿਪਲੀ ਪੀਂਘਾਂ ਪਾਈਆਂ ਨੀ, ਗਿੱਧੇ ਚ ਧਮਾਲ ਮੱਚ ਗਈ ਜਦੋਂ ਨੱਚੀਆਂ ਨਣਦ ਭਰਜਾਈਆਂ ਨੀ, ਗਿੱਧੇ ਚ ਧਮਾਲ ਮੱਚ ਗਈ ਜਦੋਂ ਨੱਚੀਆਂ ਨਣਦ ਭਰਜਾਈਆਂ ਨੀ, ਗਿੱਧੇ ਚ ਧਮਾਲ ਮੱਚ ਗਈ ਜਦੋਂ ਨੱਚੀਆਂ ਨਣਦ ਭਰਜਾਈਆਂ ਨੀ, ਗਿੱਧੇ ਚ ਧਮਾਲ ਮੱਚ ਗਈ ਜਦੋਂ ਨੱਚੀਆਂ ਨਣਦ ਭਰਜਾਈਆਂ ਨੀ, ਗਿੱਧੇ ਚ ਧਮਾਲ ਮੱਚ ਗਈ। ਖੱਟੀਆਂ ਕਰ ਪਾਦੋ ਚੰਦਰੀ ਵਿਛੋੜੇ ਪਾਵੇ, ਪਾਦੋ ਚੰਦਰੀ ਵਿਛੋੜੇ ਪਾਵੇ, ਸੋਣ ਵੀਰ ਇਕੱਠੀਆਂ ਕਰੇ ਤੈਨੂੰ ਤੀਆਂ ਤੇ ਲੈਣ ਨਾ ਆਏ, ਬਹੁਤਿਆਂ ਪਰਾਵਾਂ ਵਾਲੀਏ ਤੇ ਤੂੰ ਆਵੇ ਸੱਸ ਨੀ ਬੜੇ ਵੇ ਅੱਖੀਏ ਤੇ ਤੋ ਡਰਦੇ ਲੈਣ ਨਾ ਆਏ, ਤੇ ਵੇ ਅੱਖੀਏ ਸੋਰੇ ਜਾਣ ਨੂੰ ਮੁੰਡਾ ਫਿਰੇ ਨੀ, ਗੱਡੀ ਜੋੜ ਕੇ ਲੈ ਜਾਣ ਨੂੰ ਮੁੰਡਾ ਫਿਰੇ ਨੀ, ਗੱਡੀ ਜੋੜ ਕੇ ਲੈ ਜਾਣ ਨੂੰ ਮੁੰਡਾ ਫਿਰੇ ਨੀ, ਗੱਡੀ ਜੋੜ ਕੇ ਲੈ ਜਾਣ ਨੂੰ ਮੁੰਡਾ। ਤੇਰਾ ਹੋਵੇ ਵੇ ਸਰਗ ਵਿੱਚ ਵਾਸਾ, ਤੀਆਂ ਵੇ ਮਨਾਉਣ ਵਾਲਿਆ, ਤੇਰਾ ਹੋਵੇ ਵੇ ਸਰਗ ਵਿੱਚ ਵਾਸਾ, ਤੀਆਂ ਵੇ ਮਨਾਉਣ ਵਾਲਿਆ। ਸੌਣ ਮਹੀਨਾ ਦਿਨ ਤੀਆਂ ਦੇ, ਸੌਣ ਮਹੀਨਾ ਦਿਨ ਤੀਆਂ ਦੇ, ਗੋਡੇ ਗੋਡੇ ਕਰਾਨੀ ਮੈਂ ਵੱਡੀਆਂ ਸੇਵੀਆਂ ਕਮਲੇ ਨੂੰ ਚੜ ਗਿਆ ਚਾਵੇ ਮੇਰੀ ਦੀਆਂ ਸੇਵੀਆਂ ਕਮਲੇ ਨੂੰ ਚੜ ਗਿਆ ਚਾਵੇ ਮੇਰੀ ਦੀਆਂ ਸੇਵੀਆਂ ਕਮਲੇ ਨੂੰ ਚੜ ਗਿਆ ਚਾ।
ਤੂੰ ਖਾਣੀਆਂ ਸੇਵੀਆਂ ਦਾੜੀ ਮੁੱਛ ਬਣਾਵੇ ਤੂੰ ਖਾਣੀਆਂ ਸੇਵੀਆਂ ਦਾੜੀ ਮੁੱਛ ਬਣਾਵੇ ਤੂੰ ਖਾਣੀਆਂ ਸੇਵੀਆਂ ਦਾੜੀ ਮੁੱਛ ਬਣਾਵੇ ਤੇ ਖਾਣੀਆਂ ਸੇਵੀਆਂ ਦਾੜੀ ਮੁੱਛ ਵੇਖੀ ਰਾਣੀ ਜਾਣਦਾ ਤੀਆਂ ਵੇਖਣਿਆ ਵੇਖੀ ਰਾਣੀ ਜਾਣਦਾ ਤੀਆਂ ਵੇਖਣਿਆ ਵੇਖੀ ਰਾਣੀ ਜਾਣਦਾ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਐਵੇਂ ਪੀਰੇ ਵੇ ਤੰਬੂ ਕਾਗਜ਼ਾਂ ਦੇ ਥਾਣ ਐਵੇਂ ਪੀਰੇ ਸਤਿ ਸ਼੍ਰੀ ਅਕਾਲ ਜਿੱਥੇ ਸਾਡੀਆਂ ਧੀਆਂ ਭੈਣਾਂ ਗਿੱਧਾ ਪਾ ਰਹੀਆਂ ਨੇ, ਪੰਜਾਬੀ ਸੱਭਿਆਚਾਰ ਦਾ ਪ੍ਰਸਾਰ ਕਰ ਰਹੀਆਂ ਨੇ, ਉੱਥੇ ਸਾਡੀਆਂ ਮਾਵਾਂ ਵੀ ਖੁਸ਼ ਹੋ ਰਹੀਆਂ ਨੇ ਔਰ ਮਾਵਾਂ ਕਰਕੇ ਹੀ ਸਾਡਾ ਸੱਭਿਆਚਾਰ ਹੈ। ਇੱਕ ਵਾਰ ਜ਼ੋਰਦਾਰ ਤਾੜੀ ਮਾਵਾਂ ਦੇ ਲਈ ਵਜਾ ਦਿਓ। ਉਹ ਕਹਿੰਦੇ ਨੇ ਕਿ ਰਫੀ ਮੁਹੰਮਦ ਦਾ ਉਹ ਵੇਲੇ ਵੀ ਵੇਲੇ ਹੁੰਦੇ ਸੀ ਜਦ ਚਾਰ ਚਫੇਰੇ ਠੰਡੀਆਂ 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 ਹਵਾਵਾਂ ਵਗਦੀਆਂ ਸੀ, ਅਸੀਂ ਮੁੰਡੇ ਵੀ ਮੁੰਡਿਆਂ ਵਰਗੇ ਹੁੰਦੇ ਸੀ, ਉਹ ਕੁੜੀਆਂ ਵੀ ਸੱਚਮੁੱਚ ਕੁੜੀਆਂ ਲੱਗਦੀਆਂ ਸੀ। ਚੜ੍ਹੇ ਸੌਣ ਨੂੰ ਪਿੰਡ ਵਿੱਚ ਤੀਆਂ ਹੁੰਦੀਆਂ ਸੀ, ਪਿੰਡ ਦੀਆਂ ਧੀਆਂ ਸਭ ਦੀਆਂ ਧੀਆਂ ਹੁੰਦੀਆਂ ਸੀ। 20-20 30-30 ਗਜ਼ ਦੇ ਘੱਗਰੇ ਹੁੰਦੇ ਸੀ, ਦੁੱਧ ਮੱਖਣਾਂ ਨਾਲ ਪਾਲੇ ਪਿੰਡੇ ਹੁੰਦੇ ਸੀ, ਦੇਸੀ ਘਿਓ ਵਿੱਚ ਰਿੰਨੇ ਟਿੰਡੇ ਹੁੰਦੇ ਸੀ, ਬਾਪੂ ਦੀ ਵੀ ਟੋਰ ਨਰਾਲੀ ਹੁੰਦੀ ਸੀ, ਸਿਰ ਤੇ ਪਗੜੀ ਹੱਥ ਰੁਮਾਲੀ ਹੁੰਦੀ ਸੀ। ਵੱਡੇ ਵੱਡੇ ਘਰਾਂ ਦੀ ਬਸ ਛੋਟੀ ਜਿਹੀ ਕਹਾਣੀ ਹੁੰਦੀ ਸੀ, ਘਰ ਦੀ ਵੱਡੀ ਬੇਬੇ ਘਰ ਦੀ ਰਾਣੀ ਹੁੰਦੀ ਸੀ, ਘਰ ਦੀ ਵੱਡੀ ਬੇਬੇ। ਇੱਕ ਵਾਰ ਵੱਡੀ ਬੇਬੇ ਲਈ ਜ਼ੋਰਦਾਰ ਤਾੜੀਆਂ। ਔਰ ਅੱਜ ਦੇ ਇਸ ਵਰਤਮਾਨ ਦੌਰ ਦੇ ਵਿੱਚ ਜਿੱਥੇ ਹੇਕ ਲਾਉਣੀ ਆਪਣੇ ਆਪ ਦੇ ਵਿੱਚ ਸਾਹ ਦਾ ਕਮਾਲ ਹੁੰਦਾ, ਲੰਮਾ ਸਾਹ ਹੋਣਾ ਬਹੁਤ ਜ਼ਰੂਰੀ ਹੈ। ਔਰ ਮੈਂ ਵੇਖ ਰਿਹਾ ਕਿ ਵਰਤਮਾਨ ਦੌਰ ਦੇ ਵਿੱਚ ਸਾਹ ਹੀ ਨਹੀਂ ਆ ਰਿਹਾ, ਪਰ ਸਾਡੀਆਂ ਮਾਵਾਂ ਕੋਲੇ ਐਸੀ ਤਕਨੀਕ ਹੈ, ਐਸੀ ਗੱਲਬਾਤ ਹੈ ਕਿ ਅੱਜ ਵੀ ਲੰਮੀ ਹੇਕ ਲਾਉਂਦੀਆਂ ਨੇ। ਔਰ ਜੋ ਕੁੜੀਆਂ ਅੱਜ ਦੇ ਯੁੱਗ ਵਿੱਚ ਪੈਦਾ ਹੋਈਆਂ ਨੇ ਉਹਨਾਂ ਨੂੰ ਲੰਮੀ ਹੇਕ ਬਾਰੇ ਜ਼ਰੂਰ ਜਾਣਨਾ ਚਾਹੀਦਾ, ਪੰਜਾਬੀ ਕਲਚਰ ਬਾਰੇ ਜਾਣਨਾ ਚਾਹੀਦਾ। ਤਾਂ ਸਾਡੀ ਮਾਂ ਕੋਲੋਂ ਸੁਣਦੇ ਹਾਂ ਲੰਮੀ ਹੇਕ ਦਾ ਗੀਤ। ਜੀ ਜੀ ਜੀ। ਉੱਚੀਆਂ ਲੰਮੀਆਂ ਟਾਲੀਆਂ ਵੇ ਕੋਈ ਵਿੱਚ ਗੁਜਰੀ ਦੀ ਪੀਂਗ ਮਾਇਆ ਸੋਹਣੀਆਂ ਵੇ ਕੋਈ ਵਿੱਚ ਗੁਜਰੀ ਦੀ ਪੀਂਗ ਹੋਏ ਹੈਂਦੇ ਦੋ ਜਣੇ ਵੇ ਕੋਈ ਰਾਜਾ ਹੈ ਜੀਵ ਮਾਇਆ ਸੋਹਣੀਆਂ ਵੇ ਕੋਈ ਰਾਜਾ ਹੈ ਵਜ਼ੀਰ ਹੋਏ क्या बात है, क्या बात है, बहुत खूब। ਇਹ ਤਾਲੀਆਂ ਦੀ ਗਰਗਰਾਹਟ ਬਣੀ ਰਹੇ, ਹੱਥਾਂ ਤੇ ਮਹਿੰਦੀ ਲੱਗੀ ਰਹੇ, ਸਿਰਾਂ ਤੇ ਫੁਲਕਾਰੀ ਬਣੀ ਰਹੇ। ਇਹ ਗੀਤ, ਇਹ ਸੰਗੀਤ, ਇਹ ਮਾਹੌਲ ਹਮੇਸ਼ਾ ਹਮੇਸ਼ਾ ਹਰ ਘਰ ਵਿੱਚ ਬਣਿਆ ਰਹੇ ਤੇ ਵਿਸ਼ੇਸ਼ ਤੌਰ ਤੇ ਮਾਵਾਂ ਦਾ ਆਸ਼ੀਰਵਾਦ ਸਾਡੇ ਤੇ ਬਣਿਆ ਰਹੇ। ਤਾਂ ਆਓ ਮਿਲ ਕੇ ਪੰਜਾਬੀ ਸੱਭਿਆਚਾਰ ਨੂੰ ਗੱਲ ਕਰਦੇ ਹਾਂ ਜੀ। ਇੱਕ ਗੀਤ ਤੁਹਾਡੇ ਕੋਲੋਂ ਵੀ ਜੀ। ਤੇਰੀਆਂ ਲੰਮੀਆਂ ਸਬਾਤਾਂ ਵੇ ਵਿੱਚ ਗਾਡ ਹੈ ਨੀ ਆਪਣੇ ਵੀਰਾਂ ਬਾਜੋਂ ਵੇ ਫੇਕ ਆਦਰ ਹੈ ਨੀ ਕੀਤੇ ਆਜੀ ਵੀਰਾ ਕੀਤੇ ਮਾਰੀ ਗੇੜਾ ਅਸਾਂ ਵੇਖ ਲਿਆ ਰੁਖ ਤੇਰਾ ਵੇ ਕਰਮ ਦੀਆਂ ਮਾਵਾਂ ਨਾਲੇ ਸੱਸਾਂ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣੇ ਨੂੰ ਥਾਵਾਂ ਨਾਲੇ ਸੱਸਾਂ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣੇ ਨੂੰ ਥਾਵਾਂ ਨਾਲੇ ਸੱਸਾਂ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣੇ ਨੂੰ ਥਾਵਾਂ ਰਿਆ ਸਾਗਦਾ ਕਿਸੇ ਨੂੰ ਕੀ ਪਤਾ ਮਾਮਾ ਧੀਆਂ ਦੇ ਵੈਰਾਗ ਦਾ ਕਿਸੇ ਨੂੰ ਕੀ ਪਤਾ ਮਾਮਾ ਧੀਆਂ ਦੇ ਵੈਰਾਗ ਦਾ ਕਿਸੇ ਨੂੰ ਕੀ ਪਤਾ ਮਾਮਾ ਧੀਆਂ ਦੇ ਵੈਰਾਗ ਦਾ सर्कल चलाएगा ਆਇਆ ਨਿਕਲਾ ਪੜਤੀਆਂ ਬਲ ਬਲ
बल्ले 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 दुनिया के बीच कुड़ियां चूड़ा करके कुड़ियां रे किना करके कुड़ियां